ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕ, ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਗੱਲ ਪੰਜਾਬ ਦੇ ਵਿੱਚ ਦਲਿਤ ਚਿਹਰੇ ਦੀ ਕਰਦੇ ਹਾਂ। ਦਲਿਤ ਚਿਹਰਾ ਜਾਂ ਕਹੀਏ ਪੰਜਾਬ ਦਾ ਮੁੱਖ ਚਿਹਰਾ ਜਾਂ ਕਹੀਏ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ। ਪਿਛਲੇ ਦਿਨਾਂ ਤੋਂ ਬਹੁਤ ਇਸ ਤੇ ਚਰਚਾ ਚੱਲ ਰਹੀ ਹੈ। ਬੀਜੇਪੀ ਨੇ ਕਿਹਾ ਕਿ ਜੇ ਸਾਡੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਤਾਂ ਅਸੀਂ ਦਲਿਤ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈ ਉਹ ਸਾਹਮਣੇ ਰੱਖਾਂਗੇ। ਉਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਵਿੱਚ ਇਸ ਤੇ ਸਿਆਸਤ ਸ਼ੁਰੂ ਹੋ ਗਈ। ਹੁਣ ਕਾਂਗਰਸ ਦੇ ਅੰਦਰ ਵੀ ਇਹ, ਕਿਉਂਕਿ ਕਾਂਗਰਸ ਦੇ ਵਿੱਚ ਇਹ ਮੰਗ ਉੱਠਣੀ ਸਭ ਤੋਂ ਜ਼ਿਆਦਾ ਦਿਲਚਸਪ ਹੈ। ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੂਸਰੀ ਵਾਰ ਚੋਣ ਲੜਨ ਦੀ ਗੱਲ ਕਹਿ ਚੁੱਕੇ ਨੇ, ਦੂਸਰੀ ਵਾਰ ਪੰਜਾਬ ਦੀ ਅਗਵਾਈ ਕਰਨ ਦੀ ਇੱਛਾ ਜਤਾ ਚੁੱਕੇ ਨੇ, ਐਸੇ ਵਿੱਚ ਕਾਂਗਰਸ ਦੇ ਵਿੱਚੋਂ ਇਹ ਸੁਰ ਉੱਠਣੇ ਜਾਂ ਕਾਂਗਰਸ ਦੇ ਵਿੱਚੋਂ ਇਹ ਬਿਆਨ ਆਉਣਾ ਆਪਣੇ ਆਪ 'ਚ ਬੇहद ਮਹੱਤਵਪੂਰਨ ਹੋ ਜਾਂਦਾ ਹੈ। ਨਿਊਜ਼ 18 ਤੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਵੱਡਾ ਬਿਆਨ ਦਿੱਤਾ ਹੈ ਕਿ ਪਾਰਟੀ ਆਲਾ ਕਮਾਨ ਤੋਂ ਉਹ ਦਲਿਤ ਸੀਐਮ ਚਿਹਰੇ ਦੀ ਮੰਗ ਕਰਨਗੇ। 2017 ਤੋਂ ਸਰਕਾਰ 'ਚ ਦਲਿਤ ਭਾਈਚਾਰੇ ਦੀ 16% ਹਿੱਸੇਦਾਰੀ ਹੈ, ਜਦੋਂ ਕਿ ਵਿਧਾਨ ਸਭਾ 'ਚ 36% ਦਲਿਤ ਕਾਂਗਰਸ ਵਿਧਾਇਕ ਨੇ। ਇਹ ਬਿਆਨ ਹੈ ਡਾਕਟਰ ਰਾਜਕੁਮਾਰ ਵੇਰਕਾ ਦਾ। ਡਾਕਟਰ ਰਾਜਕੁਮਾਰ ਵੇਰਕਾ ਖੁਦ ਵੀ ਕਾਂਗਰਸ ਦਾ ਇੱਕ ਵੱਡਾ ਚਿਹਰਾ ਨੇ, ਦਲਿਤ ਵਰਗ ਦੇ ਨਾਲ ਸੰਬੰਧ ਰੱਖਦੇ ਨੇ ਔਰ ਪਹਿਲਾਂ ਵੀ ਵੱਡੇ ਅਹੁਦਿਆਂ ਤੇ ਰਹਿ ਚੁੱਕੇ ਨੇ। ਸੋ ਹੁਣ ਉਹਨਾਂ ਨੇ ਨਿਊਜ਼ 18 ਨਾਲ ਖਾਸ ਗੱਲਬਾਤ ਦੇ ਵਿੱਚ ਇਹ ਬਿਆਨ ਦਿੱਤਾ ਹੈ ਕਿ ਉਹ ਪਾਰਟੀ ਆਲਾ ਕਮਾਨ ਤੋਂ ਪੰਜਾਬ ਦੇ ਵਿੱਚ ਵੀ ਦਲਿਤ ਮੁੱਖ ਮੰਤਰੀ ਦੇ ਚਿਹਰੇ ਦੀ ਮੰਗ ਕਰਨਗੇ। ਸੋ ਇਹ ਕਾਫੀ ਵੱਡਾ ਬਿਆਨ ਹੈ ਉਸ ਮੌਕੇ ਤੇ ਜਦੋਂ ਕੁਝ ਮੰਤਰੀਆਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜੀ ਹੈ ਉਹ ਅੰਦਰੂਨੀ ਟਸਲ ਦਿਖਾਈ ਦੇ ਰਹੀ ਹੈ। ਕੁਝ ਵਿਧਾਇਕ ਜਿਹੜੇ ਨੇ ਕੈਪਟਨ ਤੋਂ ਨਾਰਾਜ਼ ਨੇ, ਬਿਆਨਬਾਜ਼ੀਆਂ ਆ ਰਹੀਆਂ ਨੇ। ਐਸੇ ਵਿੱਚ ਰਾਜਕੁਮਾਰ ਵੇਰਕਾ ਦਾ ਬਿਆਨ ਆਉਣਾ ਕੀ ਦਰਸਾਉਂਦਾ ਹੈ, ਪਹਿਲਾਂ ਤੁਹਾਨੂੰ ਬਿਆਨ ਸੁਣਾਉਂਦੇ ਹਾਂ। ਰਾਜਕੁਮਾਰ ਵੇਰਕਾ ਨੇ ਦਰਅਸਲ ਕਿਹਾ ਕੀ ਕੁਝ ਹੈ। ਕਾਂਗਰਸ ਦੇ ਅੰਦਰ ਤੁਸੀਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੋ, ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹੋ, ਤੁਹਾਡੇ ਮਨ ਦੇ ਵਿੱਚ ਕੀ ਹੈ? ਤੁਹਾਨੂੰ ਲੱਗਦਾ ਬਈ ਮੈਂ ਇਹ ਗੱਲ ਕਹਿ ਰਿਹਾ ਹੈ ਕਿ ਅਗਰ ਬਈ ਪਾਰਟੀ ਫੈਸਲਾ ਕਰੇ ਤੇ ਚੰਗੀ ਗੱਲ ਹੈ। ਮੈਂ ਤੇ ਇਹ ਗੱਲ ਕਹਿ ਰਿਹਾ ਕਿ ਸਭ ਲੋਕਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਔਰ ਅਗਰ ਕਾਂਗਰਸ ਪਾਰਟੀ ਦਲਿਤ ਮੁੱਖ ਮੰਤਰੀ ਬਣਾਵੇ ਤੇ ਬਈ ਇਹ ਵੈਲਕਮ ਹੈ, ਇਹਦੇ ਚ ਕੋਈ ਬੁਰੀ ਗੱਲ ਤੇ ਹੈ ਨਹੀਂ। ਔਰ ਇਹ ਸਾਰੀਆਂ ਪਾਰਟੀਆਂ ਮੈਂ ਤੁਹਾਨੂੰ ਕਿਹਾ ਕਿ ਸਲੋਗਨ ਕਰਦੀਆਂ ਔਰ ਕਾਂਗਰਸ ਪਾਰਟੀ ਹਮੇਸ਼ਾ ਹੀ ਸੀਰੀਅਸ ਹੈ ਇਸ ਮਾਮਲੇ ਦੇ ਅੰਦਰ। ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਵੀ ਵਿਚਾਰ ਕਰਨਾ ਚਾਹੀਦਾ ਕਿ ਦਲਿਤ ਭਾਈਚਾਰੇ ਦਾ ਸੀਐਮ ਹੋਵੇ? ਤੁਸੀਂ ਕਹਿ ਰਹੇ ਹੋ ਕਿ ਵੈਲਕਮ ਕਰਨਗੇ। ਬਿਲਕੁਲ ਕਾਂਗਰਸ ਪਾਰਟੀ ਵੀ ਮੇਰੇ ਖਿਆਲ ਇਸ ਤੇ ਵਿਚਾਰ ਕਰ ਰਹੀ ਹੋਏਗੀ ਔਰ ਕਰੇਗੀ ਵੀ। ਔਰ ਕਿਉਂਕਿ ਬੜਾ ਲੰਬੇ ਸਮੇਂ ਤੋਂ ਇਹ ਗੱਲ ਦੀ ਮੰਗ ਉੱਠ ਰਹੀ ਹੈ ਔਰ ਲੋਕ ਇਸ ਗੱਲ ਨੂੰ, ਜਿਹੜਾ ਦਲਿਤ ਭਾਈਚਾਰਾ ਹੈ ਉਹ ਇਸ ਗੱਲ ਨੂੰ ਮਹਿਸੂਸ ਕਰ ਰਿਹਾ ਹੈ ਔਰ ਜਿਹਨੂੰ ਕਹਿੰਦੇ ਕਿ ਅਣਗੋਲੇ ਇਤਿਹਾਸ ਦੇ ਪੰਨੇ ਫੋਲਣ ਲੱਗੇ ਆ। ਦਲਿਤ ਵੀ ਹੁਣ ਹੱਕ ਦੀ ਖਾਤਰ ਬੋਲਣ ਲੱਗੇ ਆ। ਹੁਣ ਸਭ ਜਿਹੜੇ ਆਪਣੇ ਹੱਕ ਦੀ ਗੱਲ ਹੈ ਉਹ ਕਹਿਣਾ ਤੇ ਕੋਈ ਬੁਰੀ ਗੱਲ ਨਹੀਂ। ਅਗਰ ਦਲਿਤ ਭਾਈਚਾਰਾ ਤੁਸੀਂ 2022 ਦੇ ਵੇਲੇ ਕਹਿ ਰਹੇ ਹੋ ਜਾਂ ਉਸ ਤੋਂ ਪਹਿਲਾਂ ਕਹਿ ਰਹੇ ਹੋ ਕਿ ਦਲਿਤ ਭਾਈਚਾਰੇ ਦਾ ਸੀਐਮ ਜਿਹੜਾ ਵਾ ਉਹ ਕਾਂਗਰਸ ਦਾ ਹੋਣਾ ਚਾਹੀਦਾ ਵਾ? ਨਹੀਂ ਬਈ ਅਜੇ ਹੁਣ ਤਾਂ 4-6 ਮਹੀਨੇ ਬਾਕੀ ਰਹਿ ਗਏ ਇਲੈਕਸ਼ਨ ਨੂੰ। ਹੁਣ ਤੇ ਅਗਲਾ ਪੈਂਡਾ ਪੁੱਟਣਾ ਆ, ਅਗਲੀ ਮੰਜ਼ਿਲ ਤੈਅ ਕਰਨੀ ਹੈ। ਹੁਣ ਉਸ ਮੰਜ਼ਿਲ ਦੇ ਰਾਹੀ ਕੌਣ ਹੋਣਗੇ, ਕੌਣ ਜਿੱਤ ਕੇ ਆਣਗੇ, ਕਿਹੜਾ ਮੈਦਾਨ ਫਤਿਹ ਕਰਕੇ ਆਏਗਾ ਤੇ ਜਿਹੜਾ ਮੈਦਾਨ ਫਤਿਹ ਕਰਕੇ ਆਏਗਾ ਉਹਨਾਂ 'ਚ ਹੀ ਕੋਈ ਬਣੇਗਾ ਨਾ ਭਾਈ। ਤੁਸੀਂ ਕਹਿ ਰਹੇ ਹੋ 2022 'ਚ ਅਗਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਦੋਂ ਦਲਿਤ ਭਾਈਚਾਰੇ ਦਾ ਸੀਐਮ ਹੋਵੇ, ਤੁਸੀਂ ਇਹ ਕਹਿ ਰਹੇ ਹੋ? ਮੈਂ ਇਹ ਗੱਲ ਕਹਾਂ ਤੁਹਾਨੂੰ ਕਿ ਮੈਨੂੰ ਲੱਗਦਾ ਹੈ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਅੱਜ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਦੇਸ਼ ਦੇ ਵਿੱਚ ਕਿਉਂ ਨਹੀਂ ਉਹ ਸਟੇਟ ਕਿਸੇ ਦਾ ਦਲਿਤ ਸੀਐਮ ਬਣਾਉਂਦੇ? ਨਹੀਂ, ਪੰਜਾਬ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਹੈ ਕਿ 2022 ਚ ਅਗਰ ਪੰਜਾਬ ਚ ਕਾਂਗਰਸ ਦੀ ਸਰਕਾਰ ਬਣਦੀ ਹੈ, ਤੁਸੀਂ ਵੈਲਕਮ ਕਰਨ ਦੀ ਗੱਲ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਸੀਐਮ ਦਲਿਤ ਭਾਈਚਾਰੇ ਨੂੰ ਮੌਕਾ ਮਿਲਣਾ ਚਾਹੀਦਾ, 2022 ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਦਲਿਤ ਭਾਈਚਾਰੇ ਦਾ ਸੀਐਮ ਹੋਵੇ? ਬਿਲਕੁਲ ਹੋਣਾ ਚਾਹੀਦਾ। ਮੈਂ ਤੇ ਇਹ ਗੱਲ ਕਹਿ ਰਿਹਾ ਕਿ ਦਲਿਤ ਭਾਈਚਾਰੇ ਦੇ ਵਿੱਚ ਬੜੇ ਕਾਬਲ ਲੋਕ ਹੈ ਔਰ ਦਲਿਤ ਭਾਈਚਾਰੇ ਦੇ ਲੋਕਾਂ ਨੇ ਪੂਰੇ ਦੇਸ਼ ਦੇ ਅੰਦਰ ਇਹ ਐਗਜ਼ਾਮਪਲ ਸੈੱਟ ਕੀਤੀ ਹੈ ਔਰ ਕਾਮਯਾਬ ਰਹੇ ਹੈ। ਦਲਿਤ ਭਾਈਚਾਰੇ ਨੂੰ ਜਿੱਥੇ ਮੌਕਾ ਮਿਲਿਆ, ਦਲਿਤ ਭਾਈਚਾਰੇ ਨੂੰ ਅਗਰ ਹੋਮ ਮਿਨਿਸਟਰ ਬਣਨ ਦਾ ਮੌਕਾ ਮਿਲੇ ਤਾਂ ਕਾਮਯਾਬ ਹੋਮ ਮਿਨਿਸਟਰ। ਤੁਹਾਡੇ ਮਨ 'ਚ ਕਦੀ ਤਮੰਨਾ ਆਈ ਕਿ ਤੁਸੀਂ ਦਲਿਤ ਭਾਈਚਾਰੇ ਦੇ, ਤੁਸੀਂ ਕਿਉਂਕਿ ਵਾਈਸ ਚੇਅਰਮੈਨ ਵੀ ਰਹਿ ਚੁੱਕੇ ਹੋ ਐਸਸੀ ਕਮਿਸ਼ਨ ਦੇ, ਤੁਹਾਡਾ ਇੱਕ ਆਪਣਾ ਤਜਰਬਾ ਹੈ, ਤੁਹਾਡਾ ਨੈਸ਼ਨਲ ਲੈਵਲ ਤੇ ਨਾਮ ਵੀ ਹੈਗਾ, ਤੁਹਾਡਾ ਸੁਪਨਾ ਹੈ ਕਿ ਅਗਰ ਦਲਿਤ ਭਾਈਚਾਰੇ 'ਚੋਂ ਨਾਮ ਉੱਠੇ ਤਾਂ ਤੁਹਾਡਾ ਨਾਮ ਵੀ ਉੱਠੇ? ਦੇਖੋ ਇਹ ਪਾਰਟੀ ਨੇ ਤੈਅ ਕਰਨਾ ਹੈ, ਪਾਰਟੀ ਨੇ ਤੈਅ ਕਰਨਾ, ਲੇਕਿਨ ਤੁਹਾਡੇ ਮਨ 'ਚ ਹੈ? ਮੈਂ ਤੁਹਾਨੂੰ ਇਹ ਕਿਹਾ ਕਿ ਅਸੀਂ ਲੋਕ ਨਾ ਆਪਣੇ ਫਰਜ਼ਾਂ ਦੀ ਅਦਾਇਗੀ ਕਰਦੇ ਹਾਂ, ਫੈਸਲੇ ਦੀ ਅਦਾਇਗੀ ਪਾਰਟੀ ਕਰਦੀ ਹੈ ਔਰ ਪਾਰਟੀ
ਅਗਰ ਫੈਸਲਾ ਕਰੇ ਕਿ ਭਾਈ ਕਿਸੇ ਨੂੰ ਵੀ ਬਣਾਣਾ, ਮੇਰੇ ਤੋਂ ਵੀ ਬਹੁਤ ਕਾਬਲ ਲੋਕ ਹੈਗੇ ਆ। ਕਾਂਗਰਸ 'ਚ ਕਿਹੜੇ ਲੀਡਰ ਤੁਹਾਨੂੰ ਨਜ਼ਰ ਆਉਂਦੇ ਆ ਜਿਹੜੇ ਸੀਐਮ ਦੇ ਕਾਬਲ ਨੇ ਦਲਿਤ ਭਾਈਚਾਰੇ ਤੋਂ? ਜੋ ਤੁਹਾਨੂੰ ਲੱਗਦਾ ਹੈ ਕਿ 2 ਜਾਂ 3 ਨਾਮ ਅਜਿਹੇ ਹੈ ਜੋ ਦਲਿਤ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਔਰ ਸੀਐਮ ਦੇ ਚਿਹਰੇ ਦੇ ਕਾਬਲ ਨੇ? ਨਹੀਂ, ਇਹ ਸਾਰੇ ਕਾਬਲ ਹੁੰਦੇ ਆ, ਮੌਕਾ ਮਿਲਣ ਦੀ ਗੱਲ ਹੈ। ਜਦੋਂ ਮੌਕਾ ਮਿਲਦਾ ਹੈ, ਫਿਰ ਚੌਕਾ ਮਿਲਦਾ ਹੈ। ਇਹ ਕਿਹੜੀ, ਅਗਰ ਮੈਂ ਕਹਾਂ ਰਾਜਕੁਮਾਰ ਵੇਰਕਾ, ਅਗਰ ਮੈਂ ਕਹਾਂ ਰਾਜਕੁਮਾਰ ਚੱਬੇਵਾਲ, ਅਗਰ ਮੈਂ ਕਹਾਂ ਚਰਨਜੀਤ ਸਿੰਘ ਚੰਨੀ, ਅਗਰ ਮੈਂ ਕਹਾਂ ਅਰੁਣਾ ਚੌਧਰੀ, ਅਗਰ ਮੈਂ ਕਹਾਂ ਤੁਹਾਡੇ ਗੁਆਂਢੀ ਜਿਹੜੇ ਨੇ ਸਾਧੂ ਸਿੰਘ ਧਰਮਸੋਤ, ਕਿਹੜੇ ਚਿਹਰੇ ਅਜਿਹੇ ਨੇ ਜਿਹੜੇ ਦਲਿਤ ਭਾਈਚਾਰੇ ਨਾਲ ਹੈ, ਜਿਹੜੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਮੌਕਾ ਦਿੱਤਾ ਜਾ ਸਕਦਾ? ਕਿਸੇ ਨੂੰ ਵੀ ਮੌਕਾ ਦੇ ਲੈਣ, ਸਾਰੇ ਕਾਬਲ ਹੈ, ਸਾਰੇ ਲਾਇਕ ਲੋਕ ਹੈ, ਔਰ ਇਹ ਕਿਸੇ ਨੂੰ ਵੀ ਉਹ ਮੌਕਾ ਦੇਣ, ਇਹ ਚੰਗੀ ਗੱਲ ਹੈ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਭਾਈ ਇਹ ਤਾਂ ਮੌਕਾ ਦੇਣ, ਤੇ ਇਹ ਜਿਹੜਾ ਇਹ ਸਮਾਜ ਹੈ ਨਾ, ਇਹ ਸਮਾਜ ਸਾਬਤ ਕਰਕੇ ਦਿਖਾਉਂਦਾ ਹੈ। ਰਾਜਕੁਮਾਰ ਵੇਰਕਾ ਗੱਲਬਾਤ ਕਰ ਰਹੇ ਸੀ ਸਾਡੇ ਸਹਿਯੋਗੀ ਪੰਕਜ ਕਪਾਹੀ ਦੇ ਨਾਲ। ਸਪਸ਼ਟ ਤੌਰ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 2022 ਦੇ ਵਿੱਚ ਜਿਹੜਾ ਸੀਐਮ ਫੇਸ ਹੈ, ਮੁਖਬਰਾ ਹੈ, ਉਹ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੋਣਾ ਚਾਹੀਦਾ ਔਰ ਇਸ ਦਾ ਵੈਲਕਮ ਕਰਦੇ ਆ। ਔਰ ਇੱਥੋਂ ਤੱਕ ਕਿ ਉਹਨਾਂ ਨੇ ਖੁਦ ਵੀ ਆਪਣੇ ਨਾਮ ਨੂੰ ਹੈ ਕਿ ਜਿਹੜੇ ਦਲਿਤ ਸੰਬੰਧਿਤ ਕਾਬਲ ਚਿਹਰੇ ਨੇ ਔਰ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ। ਸੋ ਕਾਂਗਰਸ ਦੇ ਵਿੱਚ ਆਪਣੇ ਆਪ 'ਚ ਮੰਗ ਉੱਠਣੀ ਇਹ ਬੇਹੱਦ ਅਹਿਮ ਹੋ ਜਾਂਦੀ ਹੈ ਜਦੋਂ ਦੋ ਪੰਜਾਬ ਦੇ ਵਿੱਚ ਵੱਡੀਆਂ ਪਾਰਟੀਆਂ ਲੜਦੀਆਂ ਹੋਣ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ, ਦੂਸਰੇ ਪਾਸੇ ਕਾਂਗਰਸ। ਉਸ ਦੇ ਵਿੱਚ ਆਮ ਆਦਮੀ ਪਾਰਟੀ ਸਾਹਮਣੇ ਆਈ ਔਰ ਬੀਜੇਪੀ ਨੇ ਹੁਣ ਉਸ ਦੇ ਵਿੱਚ ਜ਼ਿਕਰ ਕੀਤਾ ਕਿ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਹੈ ਚਿਹਰਾ ਉਹ ਦਲਿਤ ਭਾਈਚਾਰੇ ਤੋਂ ਹੋਏਗਾ। ਉਸ ਤੋਂ ਬਾਅਦ ਇਸ ਤਰੀਕੇ ਦੀ ਜਿਹੜੀ ਸੱਤਾਧਾਰੀ ਧਿਰਾਂ ਨੇ ਜਾਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਇਹ ਬਹਿਸ ਇੱਕ ਤਰੀਕੇ ਦੀ ਸਾਹਮਣੇ ਆਈ। ਪੰਕਜ ਕਪਾਹੀ ਸਾਡੇ ਸਹਿਯੋਗੀ ਜੁੜੇ ਨੇ ਲਾਈਵ ਗੱਲਬਾਤ ਦੇ ਲਈ। ਪੰਕਜ, ਰਾਜਕੁਮਾਰ ਵੇਰਕਾ ਹੋਰਾਂ ਨੂੰ ਅਸੀਂ ਸੁਣ ਰਹੇ ਸੀ, ਜਿਹੜੀ ਗੱਲਬਾਤ ਤੁਸੀਂ ਕੀਤੀ ਹੈ, 2-3 ਗੱਲਾਂ ਨੇ। ਇੱਕ ਤੇ ਸਿੱਧਾ ਬੇਸਿਕਲੀ ਇੱਕ ਜਰਨਲਿਸਟ ਦਾ ਕੰਮ ਹੁੰਦਾ ਵੀ ਜਦੋਂ ਕੋਈ ਸਿਆਸੀ ਲੀਡਰ ਬੋਲਦੇ ਆ ਉਸ ਦਾ ਸੰਦਰਭ ਕੀ ਹੈ, ਉਸ ਨੂੰ ਦੂਜੇ ਸ਼ਬਦਾਂ ਦੇ ਵਿੱਚ ਸਮਝਿਆ ਜਾਵੇ, ਇਸ ਦਾ ਮਤਲਬ ਕੀ ਹੈ। ਇਹ ਗੱਲ ਤੇ ਉਹਨਾਂ ਨੇ ਸਪਸ਼ਟ ਤੌਰ ਤੇ ਕਹਿ ਹੀ ਦਿੱਤੀ ਕਿ ਦਲਿਤ ਭਾਈਚਾਰੇ ਦਾ ਸੀਐਮ ਹੋਣਾ ਚਾਹੀਦਾ, ਮੌਕਾ ਮਿਲਣਾ ਚਾਹੀਦਾ। ਯਾਨੀ ਹੁਣ ਕਾਂਗਰਸ ਦੇ ਅੰਦਰ ਇਹ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਨੂੰ ਪਾਸੇ ਕਰਨ ਬਾਰੇ ਜਿਹੜੀਆਂ ਆਵਾਜ਼ਾਂ ਨੇ ਉੱਠਣੀਆਂ ਸ਼ੁਰੂ ਹੋ ਗਈਆਂ ਨੇ। ਬਿਲਕੁਲ ਵਿਜੇਪਾਲ, ਕਿਉਂਕਿ ਬੀਜੇਪੀ ਨੇ ਜੋ ਦਾ ਖੇਡਿਆ ਵਾ ਸ਼ਾਇਦ ਅਜੇ ਤੱਕ ਕਿਸੇ ਵੀ ਪਾਰਟੀ ਨੇ ਸੋਚਿਆ ਨਹੀਂ ਹੋਣਾ ਔਰ ਪੰਜਾਬ ਦੀ ਸਿਆਸਤ 'ਚ ਪਹਿਲਾਂ ਨਜ਼ਰ ਵੀ ਨਹੀਂ ਆਇਆ ਕਿ ਦਲਿਤ ਚਿਹਰਾ ਵੀ ਜਿਹੜਾ ਵਾ ਉਹ ਸੀਐਮ ਬਣ ਸਕਦਾ। ਬੀਜੇਪੀ ਨੇ ਦਾ ਖੇਡਿਆ ਤਾਂ ਅਕਾਲੀ ਦਲ ਜੋ ਉਹਨਾਂ ਦਾ ਪੁਰਾਣਾ ਅਲਾਈਅੰਸ ਪਾਰਟਨਰ ਰਿਹਾ ਵਾ ਉਹਨਾਂ ਨੇ ਤੁਰੰਤ ਕਹਿ ਦਿੱਤਾ ਕਿ ਡਿਪਟੀ ਸੀਐਮ ਸਾਡਾ ਵੀ ਜਿਹੜਾ ਦਲਿਤ ਭਾਈਚਾਰੇ ਤੋਂ ਹੋਏਗਾ। ਤਾਂ ਫਿਰ ਕਾਂਗਰਸ ਦੇ ਅੰਦਰ ਵੀ ਇਹ ਸੁਰ ਉੱਠਣ ਲੱਗ ਪਏ, ਕਾਂਗਰਸ ਦੇ ਅੰਦਰ ਵੀ ਇਹ ਦਬੀ ਹੋਈ ਆਵਾਜ਼ ਉੱਠਣ ਲੱਗ ਪਈ। ਪਿਛਲੇ ਦਿਨਾਂ 'ਚ ਅਸੀਂ ਦੇਖਿਆ ਸੀਗਾ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਘਰੇ ਸਾਰੇ ਹੀ ਵਿਧਾਇਕਾਂ ਦੀ, ਦਲਿਤ ਵਿਧਾਇਕਾਂ ਦੀ ਇੱਕ ਮੀਟਿੰਗ ਹੋਈ ਸੀ। ਤਾਂ ਦਲਿਤ ਭਾਈਚਾਰੇ ਨੂੰ ਵੀ ਇਹ ਲੱਗਦਾ ਹੈ ਕਿ ਅਗਰ ਜੱਟ ਭਾਈਚਾਰਾ ਹਮੇਸ਼ਾ ਤੋਂ ਸੀਐਮ ਬਣਦਾ ਰਿਹਾ ਤਾਂ ਫਿਰ ਕਾਂਗਰਸ ਦੇ ਅੰਦਰ ਦਲਿਤ ਭਾਈਚਾਰਾ ਸੀਐਮ ਕਿਉਂ ਨਹੀਂ ਬਣ ਸਕਦਾ। ਔਰ ਇਸੇ ਵਜ੍ਹਾ ਕਰਕੇ ਜਿਹੜੀ ਦਬੀ ਹੋਈ ਆਵਾਜ਼ ਸੀਗੀ ਉਸ ਨੂੰ ਅੱਜ ਰਾਜਕੁਮਾਰ ਵੇਰਕਾ ਖੁੱਲ ਕੇ ਬੋਲ ਰਹੇ ਨੇ। ਰਾਜਕੁਮਾਰ ਵੇਰਕਾ ਹੋਰੀ ਕਹਿ ਰਹੇ ਨੇ ਕਿ ਅਸੀਂ ਇਹ ਗੱਲ ਦਿੱਲੀ ਪਹੁੰਚਾਵਾਂਗੇ, ਅਸੀਂ ਇਹ ਗੱਲ ਪਾਰਟੀ ਆਲਾ ਕਮਾਨ ਦੇ ਸਾਹਮਣੇ ਰੱਖਾਂਗੇ ਕਿ ਦਲਿਤ ਭਾਈਚਾਰੇ ਦਾ ਸੀਐਮ ਜਿਹੜਾ ਵਾ 2022 ਦਾ ਕਾਂਗਰਸ ਦਾ ਚਿਹਰਾ ਜਿਹੜਾ ਵਾ ਉਹ ਦਲਿਤ ਭਾਈਚਾਰੇ ਤੋਂ ਹੋਣਾ ਚਾਹੀਦਾ ਵਾ। ਤਾਂ ਇੱਕ ਗੱਲ ਸਾਫ਼ ਹੈ ਕਿ ਬੀਜੇਪੀ ਜੋ ਦਾ ਖੇਡਦੀ ਹੈ ਕਿਤੇ ਨਾ ਕਿਤੇ ਦੂਜੀ ਸਿਆਸੀ ਪਾਰਟੀਆਂ ਫਿਰ ਦੂਜੇ ਲੀਡਰਾਂ ਨੂੰ ਵੀ ਲੱਗਣ ਲੱਗ ਪੈਂਦਾ, ਕਿਉਂਕਿ ਵਿਜੇ ਪੰਜਾਬ 'ਚ ਸਭ ਤੋਂ ਵੱਡੀ ਇੱਕ ਵੋਟ ਬੈਂਕ ਜਿਹੜੀ ਉਹ ਦਲਿਤ ਭਾਈਚਾਰੇ ਦੀ ਹੈ, ਓਬੀਸੀ ਭਾਈਚਾਰੇ ਦੀ ਹੈ। ਅਗਰ ਦਲਿਤ ਭਾਈਚਾਰਾ, ਓਬੀਸੀ ਭਾਈਚਾਰਾ ਇਹ ਸਾਰਾ ਮਿਲਾ ਦਿੱਤਾ ਜਾਵੇ ਤਾਂ 50% ਤੋਂ ਵੱਧ ਵੋਟ ਬੈਂਕ ਇਹਨਾਂ ਦੀ ਹੈ। ਔਰ ਅਜਿਹੇ 'ਚ ਅਗਰ ਰਾਜਕੁਮਾਰ ਵੇਰਕਾ ਵਰਗੇ ਵਿਧਾਇਕ ਸਾਹਿਬ ਕਹਿ ਰਹੇ ਨੇ, ਜੋ ਜਿਨ੍ਹਾਂ ਨੂੰ ਲੱਗ ਰਿਹਾ ਸੀਗਾ ਕਿ ਕੈਬਨਿਟ 'ਚ ਵੀ ਥਾਂ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਸੀਗੀ, ਉਸ ਥਾਂ ਨਹੀਂ ਮਿਲੀ। ਔਰ ਰਾਜਕੁਮਾਰ ਵੇਰਕਾ ਹੋਰਾਂ ਨੇ ਸਿਰਫ ਇੰਨੀ ਗੱਲ ਨਹੀਂ ਕਹੀ, ਉਹਨਾਂ ਨੇ ਇਹ ਵੀ ਕਿਹਾ ਕਿ 16% ਜਿਹੜੇ ਹੱਕ ਮਿਲ ਪਾਏ ਨੇ, 36% ਵਿਧਾਇਕ ਜਿਹੜੇ ਨੇ ਉਹ ਵਿਧਾਨ ਸਭਾ 'ਚ ਦਲਿਤ ਭਾਈਚਾਰੇ ਦੇ ਪਹੁੰਚੇ ਨੇ, ਲੇਕਿਨ 16% ਦੀ ਕਾਂਗਰਸ ਉਸ ਤਰੀਕੇ ਦਾ ਹੱਕ ਮਿਲ ਪਾਇਆ। ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਦਲਿਤ ਭਾਈਚਾਰੇ ਦੇ ਜਿਹੜੇ ਮੁੱਦੇ ਸੀ 4 ਸਾਲਾਂ 'ਚ, ਉਹ ਵੀ ਬਹੁਤ ਸਾਰੇ ਅਜਿਹੇ ਮੁੱਦੇ ਨੇ ਜੋ ਹੱਲ ਅਜੇ ਤੱਕ ਨਹੀਂ ਹੋ ਪਾਏ। ਤਾਂ ਹੁਣ
ਬੀਜੇਪੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਨੇ ਵੀ ਇਹ ਗੱਲ ਕਰ ਦਿੱਤੀ ਹੈ। ਲੇਕਿਨ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਵਿਜੇ ਅਜੇ ਤੱਕ ਕਾਂਗਰਸ 'ਚ ਅਸੀਂ ਦੇਖ ਰਹੇ ਸੀਗੇ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਟਾਕਰਾ ਐਜ਼ ਏ ਸੀਐਮ ਦੇ ਚਿਹਰੇ ਦੇ ਤੌਰ ਤੇ ਦੇਖ ਰਹੇ ਸੀਗੇ ਜੱਟ ਭਾਈਚਾਰੇ ਤੋਂ ਸੀ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਰਵਨੀਤ ਸਿੰਘ ਬਿੱਟੂ ਹੋਣ। ਅਜੇ ਤੱਕ ਇਹੀ ਫਹਿਰਿਸਤ ਦੇਖ ਰਹੇ ਸੀਗੇ। ਕਿਹਾ ਜਾ ਰਿਹਾ ਸੀਗਾ ਕਿ 2022 ਚ ਜਾਂ ਉਸ ਤੋਂ ਬਾਅਦ ਅਗਰ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਰਿਪਲੇਸ ਕਰੇਗਾ ਤਾਂ ਉਹ ਜੱਟ ਭਾਈਚਾਰੇ ਤੋਂ ਹੋਏਗਾ। ਲੇਕਿਨ ਰਾਜਕੁਮਾਰ ਵੇਰਕਾ ਇਹ ਗੱਲ ਕਹਿ ਰਹੇ ਆ ਤਾਂ ਹੋਰ ਕਿੰਨੇ ਦਲਿਤ ਭਾਈਚਾਰੇ ਦੇ ਵਿਧਾਇਕ ਜਾਂ ਫਿਰ ਜਿਹੜੇ ਲੀਡਰ ਨੇ ਉਹ ਇਸ ਗੱਲ ਨਾਲ ਸਹਿਮਤ ਹੁੰਦੇ ਨੇ ਜਾਂ ਫਿਰ ਪਾਰਟੀ ਵਾਲਾ ਕਮਾਨ ਇਸ ਗੱਲ ਨੂੰ ਕਿਸ ਤਰੀਕੇ ਦੇ ਨਾਲ ਦੇਖਦੀ ਹੈ ਕਿ 2022 ਹੁਣ ਕਿਤੇ ਨਾ ਕਿਤੇ ਦਲਿਤ ਭਾਈਚਾਰੇ यानी पंकज कैप्टन अमरिंदर सिंह दी लीडरशिप ਨੂੰ ਚੈलेंज ਤੇ ਖੜਾ ਹੋ ਗਿਆ ਇਹ ਤਾਂ ਕਹਿ ਸਕਦੇ ਹਾਂ। ਬਿਲਕੁਲ ਬਿਲਕੁਲ ਰਾਜਕੁਮਾਰ ਵੇਰਕਾ ਹੋਰਾਂ ਨੇ ਕਿਹਾ ਕਿ ਕਿਉਂਕਿ ਚੋਣਾਂ ਨੂੰ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਤਾਂ 2022 ਚ ਕਿਹੜਾ ਚਿਹਰਾ ਐਲਾਨਿਆ ਜਾਵੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਕਹਿ ਚੁੱਕੇ ਨੇ ਕਿ 2022 ਚ ਉਹ ਚੋਣ ਲੜਨਗੇ। ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਹੀਂ ਚੱਲ ਰਹੇ, ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੇ ਨਾਲ ਨਹੀਂ ਚੱਲ ਰਹੇ ਔਰ ਅਜਿਹੇ ਚ ਦਲਿਤ ਭਾਈਚਾਰੇ ਦਾ ਲੀਡਰ ਅੱਗੇ ਆ ਕੇ ਇਸ ਗੱਲ ਦਾ ਜ਼ਿਕਰ ਕਰ ਰਿਹਾ ਹੈ ਕਿ ਦਲਿਤ ਭਾਈਚਾਰੇ ਨੂੰ ਸੀਐਮ ਬਣਾਓ। ਤਾਂ ਇੱਕ ਗੱਲ ਸਾਫ਼ ਹੈ ਕਿ ਪਾਰਟੀ ਆਲਾ ਕਮਾਨ ਜੋ ਅਜੇ ਤੱਕ ਇਹ ਰੇੜਕਾ ਖਤਮ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਸੀਗੀ ਕਿ ਸਿੱਧੂ ਵਰਸਸ ਕੈਪਟਨ ਜਾਂ ਕੈਪਟਨ ਵਰਸਸ ਬਾਜਵਾ ਕਿਵੇਂ ਖਤਮ ਕੀਤਾ ਜਾਵੇ, ਤਾਂ ਹੁਣ ਦਲਿਤ ਭਾਈਚਾਰਾ ਸਾਹਮਣੇ ਆਇਆ ਕਿ ਦੇਖੋ ਬੀਜੇਪੀ ਨੇ ਐਲਾਨ ਕਰਤਾ, ਦੇਖੋ ਅਕਾਲੀ ਦਲ ਨੇ ਐਲਾਨ ਕਰਤਾ, ਤਾਂ ਫਿਰ ਕਾਂਗਰਸ ਕਿਉਂ ਪਿੱਛੇ ਹਟੇ। ਤਾਂ ਹੁਣ ਪਾਰਟੀ ਵਾਲਾ ਕਮਾਨ ਵੀ ਇਸ ਗੱਲ ਨੂੰ ਸੋਚੇਗੀ ਕਿ 2022 ਚ ਕਰਨਾ ਕੀ ਹੈ। ਔਰ 2002 ਚ ਅਸੀਂ ਦੇਖ ਚੁੱਕੇ ਹਾਂ ਕਿ ਡਿਪਟੀ ਸੀਐਮ ਰਜਿੰਦਰ ਕੌਰ ਭੱਠਲ ਲਗਾਏ ਸੀ, ਤਾਂ ਕੀ ਅਗਲੇ 6-7 ਮਹੀਨਿਆਂ ਚ ਕੋਈ ਹੋਰ ਹਲਚਲ ਹੋਏਗੀ ਪ੍ਰਧਾਨਗੀ ਨੂੰ ਲੈ ਕੇ, ਸੀਐਲਪੀ ਨੂੰ ਲੈ ਕੇ, ਡਿਪਟੀ ਸੀਐਮ ਨੂੰ ਲੈ ਕੇ ਜਾਂ ਫਿਰ 2022 ਤੋਂ ਬਾਅਦ ਹੀ? ਕਿਉਂਕਿ ਲੋਕ ਤਾਂ ਇਹ ਵੀ ਸਵਾਲ ਪੁੱਛਣਗੇ ਨਾ ਕਿ ਜਦੋਂ ਤੁਹਾਡੀ ਸਰਕਾਰ ਬਣੀ ਉਦੋਂ ਤਾਂ ਨਾ ਤਾਂ ਦਲਿਤ ਭਾਈਚਾਰੇ ਤੋਂ ਡਿਪਟੀ ਸੀਐਮ ਲਗਾਇਆ, ਨਾ ਪ੍ਰਧਾਨ ਲਾਇਆ, ਨਾ ਸੀਐਲਪੀ ਲਾਇਆ, ਤਾਂ ਫਿਰ 2022 ਤੇ ਅਸੀਂ ਕਿਵੇਂ ਭਰੋਸਾ ਕਰੀਏ? 2022 ਚ ਤਾਂ ਬੀਜੇਪੀ ਅਕਾਲੀ ਦਲ ਆਲਰੇਡੀ ਕਹਿ ਰਿਹਾ ਵਾ, ਇਹ ਗੱਲ ਵੀ ਪਾਰਟੀ ਵਾਲਾ ਕਮਾਨ ਕੋਲ ਜਾਏਗੀ। ਤਾਂ ਅਗਲੇ 10-15 ਦਿਨਾਂ ਚ ਵਿਜੇ ਬਹੁਤ ਸਾਰੀ ਡਿਵੈਲਪਮੈਂਟ ਪੰਜਾਬ ਦੀ ਸਿਆਸਤ ਦੇ ਵਿੱਚ ਰਹਿਣ ਵਾਲੀ ਹੈ ਔਰ ਇੱਕ ਅਪਡੇਟ ਨਿਊਜ਼ 18 ਸਭ ਤੋਂ ਪਹਿਲਾਂ ਇਸੇ ਤਰੀਕੇ ਨਾਲ ਆਪਣੇ ਦਰਸ਼ਕਾਂ ਤੱਕ ਪਹੁੰਚਾਏਗਾ। ਧੰਨਵਾਦ ਪੰਕਜ ਇਸ ਪੂਰੀ ਜਾਣਕਾਰੀ ਦੇ ਲਈ। ਤਾਂ ਰਾਜਕੁਮਾਰ ਵੇਰਕਾ ਵੱਲੋਂ ਨਿਊਜ਼ 18 ਤੇ ਇਹ ਵੱਡਾ ਬਿਆਨ ਦਿੱਤਾ ਗਿਆ ਹੈ, ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ, ਕਿ ਅਗਲਾ ਮੁੱਖ ਮੰਤਰੀ ਜਿਹੜਾ ਹੈ ਪੰਜਾਬ ਦਾ, ਅਗਲੇ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈ ਉਹ ਦਲਿਤ ਭਾਈਚਾਰੇ ਤੋਂ ਹੋਣਾ ਚਾਹੀਦਾ ਹੈ ਕਾਂਗਰਸ ਪਾਰਟੀ ਦੇ ਵਿੱਚ। ਔਰ ਜੇ ਹਾਈ ਕਮਾਨ ਇਸ ਤੇ ਵਿਚਾਰ ਕਰੇਗੀ ਤਾਂ ਇਸ ਦਾ ਸਵਾਗਤ ਕਰਨਗੇ। ਯਾਨੀ ਦੂਜੇ ਸ਼ਬਦਾਂ ਦੇ ਵਿੱਚ ਜੇ ਇਸ ਬਿਆਨ ਦਾ ਮਤਲਬ ਕੱਢਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਦਿਨੋ ਦਿਨ ਨਵੇਂ ਚੈਲੰਜ ਖੜੇ ਹੋ ਰਹੇ ਨੇ, ਚਾਹੇ ਸੁਖਜਿੰਦਰ ਰੰਧਾਵਾ ਹੋਰਾਂ ਵੱਲੋਂ ਵਿਰੋਧ ਕਰਨਾ ਹੋਵੇ, ਚਾਹੇ ਵਿਧਾਇਕਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਹੋਣ, ਚਾਹੇ ਵਿਧਾਇਕਾਂ ਦੀਆਂ ਲਾਮਬੰਦੀਆਂ ਹੋ ਰਹੀਆਂ ਹੋਣ ਔਰ ਚਾਹੇ ਹੁਣ ਰਾਜਕੁਮਾਰ ਵੇਰਕਾ ਦਾ ਜਿਹੜਾ ਇਹ ਬਿਆਨ ਹੈ ਕਿ ਦਲਿਤ ਭਾਈਚਾਰੇ ਨਾਲ ਸੰਬੰਧਿਤ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਣਾ ਚਾਹੀਦਾ ਹੈ ਔਰ ਹਾਈ ਕਮਾਨ ਨੂੰ ਇਸ ਬਾਬਤ ਉਹ ਜਿਹੜੀ ਅਪੀਲ ਵੀ ਕਰਨਗੇ। ਸੋ ਇਹ ਜਿੰਨੇ ਵੀ ਬਿਆਨ ਨੇ ਜਾਂ ਜਿੰਨੇ ਵੀ ਮੁੱਦੇ ਨੇ ਇਹ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੇ ਅੰਦਰੂਨੀ ਜਿਹੜੇ ਇਸ਼ੂਜ਼ ਨੇ ਉਹਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਸਿੱਧਾ ਚੈਲੰਜ ਦੇ ਰੂਪ ਦੇ ਵਿੱਚ ਜ਼ਰੂਰ ਵੇਖੇ ਜਾ ਸਕਦੇ।